ਪਹਿਲਾ ਫਲਾਗ ਸੀ ਸਾਡਾ 40 ਜਾਨਵਰ ਦਾ ਤੇ ਉਹ ਅਸਾਂ ਤਕਰੀਬਨ ਅਪ੍ਰੈਲ ਦੇ ਵਿੱਚ ਜਿਹੜਾ ਨਾ ਸ਼ੁਰੂ ਕੀਤਾ ਸੀ। ਤੇ ਉਹਦਾ ਐਕਸਪੀਰੀਅੰਸ ਇਹ ਸੀ ਕਿ ਉਹਦੇ 'ਚ ਦੋ ਚੀਜ਼ਾਂ ਸਨ ਕਿ ਅਸਾਂ ਦੋ ਤਰ੍ਹਾਂ ਕਰਕੇ ਜਾਨਵਰ ਆਉਂਦੇ ਹਨ। ਇੱਕ ਜਾਨਵਰ ਅਸਾਂ ਵੱਡੇ ਆਉਂਦੇ ਸਨ, ਇੱਕ ਛੋਟੇ ਆਉਂਦੇ ਸਨ। ਇੱਕ ਜਾਨਵਰ ਤਕਰੀਬਨ ਆਉਂਦੇ ਹਨ ਜਿਹੜੇ 27 ਤੋਂ 28 ਹਜ਼ਾਰ ਦੀ ਰੇਂਜ ਵਿੱਚ ਸੀ ਖਰੀਦ, ਇੱਕ ਸੀ ਜਿਹੜਾ 17 ਤੋਂ 18 ਹਜ਼ਾਰ ਦੀ ਰੇਂਜ ਵਿੱਚ ਸੀ। ਉਹਨਾਂ ਦੋਵਾਂ ਦਾ ਐਕਸਪੀਰੀਅੰਸ ਕੀਤਾ ਸੀ। ਤੇ ਜਿਹੜਾ ਸੀ ਨਾ 27 ਤੋਂ 28 ਹਜ਼ਾਰ ਵਾਲਾ ਉਹ 3 ਮਾਹ ਦੇ ਵਿੱਚ ਤਕਰੀਬਨ 10,000 ਪ੍ਰੋਫਿਟ ਦੇ ਗਿਆ ਸੀ। ਤੇ ਜਿਹੜਾ ਸੀ ਨਾ 17 ਤੋਂ 18 ਵਾਲਾ ਉਹ ਤਕਰੀਬਨ 4-5 ਉਹ ਐਵਰੇਜ ਮਿਲਾ ਕੇ ਯਾਨੀ ਕਿ 7,000 ਤੱਕ ਸਾਡਾ ਨੈਟ ਪ੍ਰੋਫਿਟ ਗਿਆ ਸਾਰਿਆਂ ਦਾ ਮਿਲਾ ਕੇ। ਉਹ ਜਾਨਵਰ ਉਹਨਾਂ ਇੱਕ ਅੰਦਰ ਟੁਰ ਗਿਆ ਜਿਹੜੇ ਜਾਨਵਰ ਦੇ ਜਿਸਮ ਦੇ ਅੰਦਰ ਲਚਕ ਹੁੰਦੀ ਹੈ ਨਾ, ਯਾਨੀ ਕਿ ਕੱਸੇ ਜਾਂ ਨਾ ਹੋਵੇ ਵਜੂਦ ਉਹਦਾ ਥੋੜਾ ਜਿਹਾ ਨਾ ਢਿੱਲਾ ਹੋਇਆ ਵਜੂਦ, ਉਹ ਡੈਫੀਨੇਟਲੀ ਜਿਹੜਾ ਨਾ ਵੱਧਦਾ ਹੀ ਵੱਧਦਾ। ਵੈਸੇ ਥੋੜਾ ਲਚਕ ਵਿੱਚ ਹੋਵੇ ਨਾ ਅਗਰ ਜਾਨਵਰ ਤੇ ਕੱਦ ਸ਼ੱਦ ਠੀਕ ਹੋਵੇ, ਕੱਦ ਅਗਰ ਜਾਨਵਰ ਦਾ ਨਿਕਲਿਆ ਹੋਵੇ ਕਮਜ਼ੋਰ ਵੀ ਹੋਵੇ ਉਹਨੂੰ ਸਿਰਫ ਤੁਸੀਂ ਭਰ ਛੜੋ ਤੇ ਪ੍ਰੋਫਿਟ ਦੇ ਸਕਦਾ। ਕਈ ਵਾਰੀ ਬੰਦਾ ਖਰੀਦਦਾ ਨਾ ਜਦੋਂ 10-12 ਇਕੱਠੇ, ਉਹ ਫਿਰ ਬੰਦਾ ਆਉਂਦਾ ਚੁੱਕੋ ਸਾਰੇ ਦੇ ਵਿੱਚ ਚੁੱਕੋ ਜਾਨਵਰ ਉਸੇ ਟਾਈਮ ਹੀ ਉਸ ਕੰਡੀਸ਼ਨ ਉਹਨਾਂ ਦੀ ਏਜ ਬੜੀ ਜ਼ਿਆਦਾ ਹੁੰਦੀ ਤੇ ਉਹ ਕ੍ਰਿਟੀਕਲ ਕੰਡੀਸ਼ਨ ਤੇ ਪਏ ਹੁੰਦੇ ਨੇ, ਯਾਨੀ ਕਿ ਵੈਂਟੀਲੇਟਰ ਤੇ ਪਏ ਹੁੰਦੇ ਨੇ। ਉਹ ਫਿਰ ਤੁਹਾਡੇ ਕੋਲ ਵੀ ਲਿਆ ਕੇ ਉਹਨਾਂ ਮਰਨਾ ਹੀ ਹੁੰਦਾ, ਠੀਕ ਹੈ ਨਾ। ਮਤਲਬ ਕਿੰਨਾ ਕੁ ਗਰੋਥ, ਜਦੋਂ ਉਹਨੇ ਦੁੱਧ ਹੀ ਨਹੀਂ ਪੀਤਾ, ਉਹਦੀ ਉਮਰ ਹੁਣ 2 ਸਾਲ ਦਾ ਜਾਨਵਰ ਬਿਲਕੁਲ ਛੋਟਾ ਜਿਹਾ ਹੋਵੇਗਾ, ਉਹਨੇ ਦੁੱਧ ਹੀ ਨਹੀਂ ਪੀਤਾ, ਉਹਨੇ ਮਰਨਾ ਹੀ ਮਰਨਾ। ਇਸ ਲਈ ਇਹ ਵੀ ਹੈ ਕਿ ਮੰਡੀ ਦੇ ਵਿੱਚ ਜਦੋਂ ਪਰਚੇਜ਼ਿੰਗ ਕਰਦੇ ਨਾ ਅਗਰ ਕੋਈ ਬੰਦਾ ਤੇ ਕਦੇ ਵੀ ਇਕੱਠੀ ਖੁਰਲੀ ਦਾ ਸੌਦਾ ਨਾ ਕਰੇ। अस्सलाम वालेकुम। ਵਾਲੇਕੁਮ ਅਸਲਾਮ। सर की हाल है? ठीक ठाक। जनाब दा की नाम है? हाँ मेरा नाम हैदर चीमा है। चीमा साहब किस इलाके तो तलक है? तहसील संभड़ियाल दी यूनियन कौंसल कोपरा दा पिंड पक्की गढ़ी। ते सर तुसी किन्ने अरसे तू कट्टा फार्मिंग करदे हो पे? तकरीबन 6 माह तो सी कर रहे हैं। माशाअल्लाह। हाँ जी। ਤੁਸੀਂ ਸਾਰੇ ਇੱਕ ਫਲਾਕ ਸੇਲ ਕੀਤਾ, ਮੈਨੂੰ ਪਤਾ ਚੱਲਿਆ ਕਿ ਜਨਾਬ ਸਾਇਲਜ ਉੱਤੇ ਕੱਟੇ ਤਿਆਰ ਕਰਦੇ ਨੇ। ਸਰ ਦੋਸਤਾਂ ਨੂੰ ਇਹ ਦੱਸੋ ਕਿ ਜਿਹੜਾ ਫਲਾਕ ਤੁਸੀਂ ਸੇਲ ਕੀਤਾ ਉਹ ਕਿੰਨੇ ਜਾਨਵਰਾਂ ਦਾ ਸੀ ਤੇ ਉਹਦਾ ਤਜਰਬਾ ਕਿਹਦਾ ਰਿਹਾ, ਕੀ ਕੋਈ ਬਚਤ ਆਈ ਹੈ? ਉਹ ਪਹਿਲਾ ਫਲਾਕ ਸੀ ਸਾਡਾ 40 ਜਾਨਵਰ ਦਾ ਤੇ ਉਹ ਅਸਾਂ ਤਕਰੀਬਨ ਅਪ੍ਰੈਲ ਦੇ ਵਿੱਚ ਜਿਹੜਾ ਨਾ ਸ਼ੁਰੂ ਕੀਤਾ ਸੀ। ਤੇ ਉਹਦਾ ਐਕਸਪੀਰੀਅੰਸ ਇਹ ਸੀ ਕਿ ਉਹਦੇ 'ਚ ਦੋ ਚੀਜ਼ਾਂ ਸਨ ਕਿ ਅਸਾਂ ਦੋ ਤਰ੍ਹਾਂ ਕਰਕੇ ਜਾਨਵਰ ਆਉਂਦੇ ਹਨ। ਇੱਕ ਜਾਨਵਰ ਅਸਾਂ ਵੱਡੇ ਆਉਂਦੇ ਸਨ, ਇੱਕ ਛੋਟੇ ਆਉਂਦੇ ਸਨ। ਇੱਕ ਜਾਨਵਰ ਤਕਰੀਬਨ ਆਉਂਦੇ ਹਨ ਜਿਹੜੇ 27 ਤੋਂ 28 ਹਜ਼ਾਰ ਦੀ ਰੇਂਜ ਵਿੱਚ ਸੀ ਖਰੀਦ, ਇੱਕ ਸੀ ਜਿਹੜਾ 17 ਤੋਂ 18 ਹਜ਼ਾਰ ਦੀ ਰੇਂਜ ਵਿੱਚ ਸੀ। ਉਹਨਾਂ ਦੋਵਾਂ ਦਾ ਐਕਸਪੀਰੀਅੰਸ ਕੀਤਾ ਸੀ। ਤੇ ਜਿਹੜਾ ਸੀ ਨਾ 27 ਤੋਂ 28 ਹਜ਼ਾਰ ਵਾਲਾ ਉਹ 3 ਮਾਹ ਦੇ ਵਿੱਚ ਤਕਰੀਬਨ 10,000 ਪ੍ਰੋਫਿਟ ਦੇ ਗਿਆ ਸੀ। ਤੇ ਜਿਹੜਾ ਸੀ ਨਾ 17 ਤੋਂ 18 ਵਾਲਾ ਉਹ ਤਕਰੀਬਨ 4-5 ਉਹ ਐਵਰੇਜ ਮਿਲਾ ਕੇ ਯਾਨੀ ਕਿ 7,000 ਤੱਕ ਸਾਡਾ ਨੈਟ ਪ੍ਰੋਫਿਟ ਗਿਆ ਸਾਰਿਆਂ ਦਾ ਮਿਲਾ ਕੇ। ਤੇ ਸਾਈਲੇਜ ਦੇ ਉੱਤੇ ਅਸੀਂ ਤਿਆਰ ਕਰਨੇ ਆ, ਪਿੱਛੇ ਜ਼ਮੀਨ ਸਾਡੀ ਆਪਣੀ ਹੈ ਤੇ ਆਪਣੀ ਮਕਈ ਅਸੀਂ ਯਾਨੀ ਕਿ ਬਣਾਉਂਦੇ ਆ। ਅਗਰ ਕੋਈ ਬੰਦਾ ਖੁਦ ਆਪਣਾ ਸਾਈਲੇਜ ਤਿਆਰ ਕਰਦਾ ਨਾ ਤੇ ਮਾਰਕੀਟ 'ਚ ਇਸ ਟਾਈਮ ਸਾਈਲੇਜ ਅਵੇਲੇਬਲ ਹੈ। ਇਸ ਸਾਲ ਥੋੜਾ ਸਸਤਾ ਸੀ, 350 ਨਹੀਂ ਤੇ 450 ਤੋਂ ਅਵੇਲੇਬਲ ਹੈ। ਪਰ ਅਗਰ ਤੁਸੀਂ ਖੁਦ ਤਿਆਰ ਕਰੋ, ਜ਼ਮੀਨ ਤੁਹਾਡੀ ਆਪਣੀ ਹੈ ਨਾ, ਤੇ ਟੋਟਲ ਖਰਚਾ ਪਾ ਕੇ ਸਾਈਲੇਜ ਤੁਹਾਨੂੰ ਕੋ ਤਕਰੀਬਨ ਪੈ ਜਾਏਗਾ 2.5 ਰੁਪਏ ਕਿਲੋ, ਯਾਨੀ ਕਿ 100 ਰੁਪਏ ਦਾ ਮਣ। ਮਾਰਕੀਟ ਦੇ ਵਿੱਚ ਤੁਹਾਨੂੰ ਮਿਲੇਗਾ ਤਕਰੀਬਨ 9 ਰੁਪਏ ਮਣ। ਹੁਣ ਅਗਰ ਆਪ ਤੁਸੀਂ ਤਿਆਰ ਕਰਦੇ ਹੋ ਤਾਂ 2.5 ਰੁਪਏ ਮਿਲੇਗਾ, ਠੀਕ ਹੈ। यानी कि मार्केट च 9 रुपए किलो, अगर खुद तुसी तैयार करते हो तो तकरीबन 2.5 रुपए किलो। 2 ਤੋਂ 2.5 ਰੁਪਏ ਪਏਗਾ। जिंदाबाद चीमा साहब, बड़ी सोहनी वंड कड्डी है ਤੁਹਾਡਾ। ਸਰ ਇਹ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਇਹਦੇ ਚ ਦੋ ਚੀਜ਼ਾਂ ਮਹਿਸ ਕੀਤੀਆਂ ਨੇ, ਯਾਨੀ ਕਿ ਫਿਰ ਜਿਹੜਾ ਛੋਟਾ ਜਾਨਵਰ ਹੈ ਉਹ ਪ੍ਰੋਫਿਟ ਕਮ ਦਿੰਦਾ ਹੈ। ਉਹਦੀ ਸਰ ਕੀ ਵਜ੍ਹਾ? ਜਿਹੜੇ ਤੁਸੀਂ 16-17 ਹਜ਼ਾਰ ਵਾਲਾ ਜਾਨਵਰ ਲਿਆਂਦਾ ਸੀ ਉਹਦਾ ਵਜ਼ਨ ਕਿੰਨਾ ਸੀ ਤੇ ਜਿਹੜਾ 26-27 ਹਜ਼ਾਰ ਵਾਲਾ ਸੀ ਉਹਦਾ ਵਜ਼ਨ ਕਿੰਨਾ ਸੀ? ਜਿਹੜਾ ਸੀ ਨਾ 26 ਤੋਂ 27 ਹਜ਼ਾਰ ਵਾਲਾ ਉਹਦਾ ਲਾਈਵ weight ਸੀ ਤਕਰੀਬਨ 150 ਦੇ ਰਾਉਂਡ ਅਬਾਊਟ, ਤੇ ਜਿਹੜਾ ਸੀ 17 ਤੋਂ 18 ਵਾਲਾ ਉਹਦਾ ਲਾਈਵ weight ਸੀ ਤਕਰੀਬਨ 80 ਕਿਲੋ ਦੇ ਰਾਉਂਡ ਅਬਾਊਟ। ਉਹਦੇ 'ਚ ਇਹ ਹੁੰਦਾ ਕਿ 80 ਕਿਲੋ ਵਾਲਾ ਜਾਨਵਰ ਹੁੰਦਾ ਜਿਹਦੀ ਏਜ ਹੁੰਦੀ ਹੈ 1 ਸਾਲ, ਠੀਕ ਹੈ ਨਾ। ਉਹ 1 ਸਾਲ ਵਾਲਾ ਜਾਨਵਰ ਜਿਹੜਾ ਉਹ 2 ਸਾਲ ਤੱਕ ਜਦੋਂ ਯਾਨੀ ਕਿ ਉਹਨੂੰ ਬੜਾ ਉਹ ਹੀ ਗੈਪ ਹੁੰਦਾ ਵਿੱਚ ਮੇਨ ਜਿਹਦੇ 'ਚ ਬੜਾ ਉਹਦੇ 'ਤੇ ਜ਼ੋਰ ਲਾਉਣਾ ਪੈਂਦਾ। ਜਿਹੜਾ ਜਾਨਵਰ ਹੁੰਦਾ ਨਾ 150 ਕਿਲੋ ਉਹ 2 ਸਾਲ ਦੇ ਰਾਉਂਡ ਅਬਾਊਟ ਜਾਨਵਰ ਹੁੰਦਾ, ਉਹਦੇ 'ਤੇ ਤੁਸੀਂ ਥੋੜ੍ਹਾ ਜਿਹਾ ਵੀ ਅਗਰ ਢਿੱਲ ਲਾਉਂਦੇ ਹੋ ਨਾ ਉਹ ਉੱਤੇ ਟੁਰ ਜਾਂਦਾ। ਨਾਲੇ ਇਹਦੇ 'ਚ ਇਹ ਵੀ ਅਗਰ ਤੁਸੀਂ ਮਕਈ ਵਿੱਚ ਹੀ ਕੁਤਰੋ ਨਾ ਸਾਈਲੇਜ ਤੇ ਫਿਰ ਤੁਹਾਨੂੰ ਵੰਡਾ ਪਾਉਣ ਦੀ ਲੋੜ ਕੋਈ ਨਹੀਂ। ਅਸਾਂ ਪਹਿਲਾ ਫਲਾਗ ਤਿਆਰ ਕੀਤਾ, ਕੋਈ ਕਿਸੇ ਕਿਸਮ ਦਾ ਵੰਡਾ ਨਹੀਂ ਪਾਇਆ ਬਿਲਕੁਲ ਵੀ। ਜਿਹੜਾ ਉਹਦੇ 'ਤੇ ਤਿਆਰ ਕੀਤਾ ਤੇ ਸਰਦੀ ਦੀ ਵਜ੍ਹਾ ਤੋਂ ਹੁਣ ਇਹ ਨਵਾਂ ਫਲਾਗ ਤੇ ਜਾਨਵਰ ਥੋੜ੍ਹੇ ਜਿਹੜੇ ਨਾ ਸਾਡੇ ਮਾੜੇ ਨੇ। ਮੇਰੇ ਕੋਲ ਵੀਡੀਓ ਪਈ ਹੈ ਪਿਛਲੇ ਜਾਨਵਰਾਂ ਦੀ, ਉਹ ਵੀ ਆਖੋ ਤੇ ਮੈਂ ਸ਼ੇਅਰ ਕਰ ਛਣਾ ਦਾ। ਸਾਈਲੇਜ ਦੇ ਨਾਲ ਜਾਨਵਰ ਜਿਹੜਾ ਹੈ ਨਾ ਉਹ ਜਿਸ ਤਰ੍ਹਾਂ ਵਿੱਚੋਂ ਇੱਕ ਜਾਨਵਰ ਹੈ ਨਾ ਗੋਲ ਇਸ ਤਰ੍ਹਾਂ ਹੁੰਦਾ, ਠੀਕ ਹੈ। ਦੂਸਰੀ ਇੱਕ ਹੋਰ ਚੀਜ਼ ਹੈ ਕਿ ਅਗਰ ਕੋਈ ਬੰਦਾ ਜਿਹਦਾ ਜਾਨਵਰ 200 ਕਿਲੋ ਤੋਂ ਉੱਤੇ ਹੋਵੇ ਨਾ ਲਾਈਵ ਕੱਟਾ, ਉਹ ਸਲਾਟਰ ਹਾਊਸ ਦੇ ਬਨਿਸਬਤ ਇੱਥੇ ਕਸਾਈਆਂ ਨੂੰ ਦੇਣ, ਉੱਥੇ ਰੇਟ ਵੀ ਉਹਨੂੰ ਅੱਛਾ ਮਿਲੇਗਾ ਤੇ ਜਾਨਵਰ ਵੀ ਉਹਦੀ ਅਗਰ 100 ਜਾਨਵਰ ਇੱਕ ਦਿਨ 'ਚ ਸੇਲ ਕਰਨਾ ਚਾਹੁੰਦਾ ਤਾਂ ਹੋ ਜਾਏਗਾ ਜੀ ਸਰ। ਉੱਥੇ ਤਾਂ 200 ਵੀ ਸੇਲ ਹੋ ਸਕਦਾ ਤੇ ਪਰ ਉਹਦੇ ਕਿ ਉੱਥੇ ਅਗਰ ਜਾਨਵਰ ਦਾ weight 200 ਕਿਲੋ ਤੋਂ ਉੱਤੇ ਹੋਣਾ ਚਾਹੀਦਾ ਲਾਈਵ, ਉਹਦੇ ਤੋਂ ਥੱਲੇ ਵਾਲਾ ਜਾਨਵਰ ਜਿਹੜਾ ਸੇਲ ਹੈ ਤੇ ਇੱਕ ਗੋਲ ਹੋਣਾ ਚਾਹੀਦਾ ਜਿਵੇਂ ਇਹ ਜਾਨਵਰ ਹੈ, ਠੀਕ ਹੈ। ਮਾਸ਼ਾਅੱਲਾ ਇਹ ਦੇਖੋ ਜੀ ਸੋਹਣਾ ਤਿਆਰ ਹੋਇਆ ਹੈ ਇਹ ਜਾਨਵਰ ਜਿਸ ਤਰ੍ਹਾਂ, ਠੀਕ ਹੈ ਇਸ ਤਰ੍ਹਾਂ।
ਚੀਮਾ ਸਾਹਿਬ ਤੁਸੀਂ ਜਾਨਵਰ ਫਿਰ ਸਾਇਲੇ ਜੁੱਤੇ ਹੀ ਤਿਆਰ ਕੀਤੇ ਨੇ ਜਾਂ ਕਿ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਤੁਸੀਂ ਇਸਤੇਮਾਲ ਕੀਤੀ ਹੈ? ਪਹਿਲੇ ਸਾਰੇ ਜਿਹੜੇ ਨਾ ਟੋਟਲ ਸਾਇਲੇਜ ਤੇ ਕੀਤੇ ਨੇ। ਹੁਣ ਇਹ ਸਾਇਲੇਜ ਸਾਡੇ ਕੋਲ ਖਤਮ ਹੋ ਗਿਆ। ਹੁਣ ਕਣਕ ਬੀਜੀ ਤਕਰੀਬਨ 1 ਮਾਹ ਤੱਕ ਉਹ ਤਿਆਰ ਹੋਏ। ਹੁਣ ਅਸੀਂ ਪੱਠੇ ਪਾ ਰਹੇ ਹਾਂ। ਹੁਣ ਅਸੀਂ ਵੰਡਾ ਯੂਜ਼ ਕਰ ਰਹੇ ਹਾਂ ਇਹਨਾਂ ਵਾਸਤੇ ਕਿ ਜਿਹੜੀ ਇਹਨਾਂ ਦੀ ਗਰੋਥ ਮੇਨਟੇਨ ਰਹੇ। ਠੀਕ ਹੈ। ਹਾਂਜੀ। ਤੇ ਸਰ ਵੰਡਾ ਕੋਈ ਬਾਜ਼ਾਰੋਂ ਲੈ ਕੇ ਆਏ ਹੋ ਜਾਂ ਕਿ ਕੋਈ ਹੋਰ ਬਾਜ਼ਾਰੋਂ ਹੀ ਨਾ ਕਿਸਾਨ ਜਾਂ ਮੈਕਸਮ ਦੋ ਨੇ ਸੀ। ਮੈਕਸਮ ਵਾਲੇ ਨੇ ਕਿ ਇੱਥੇ ਤੇ ਕਿਸਾਨ ਵਾਲੇ ਨੇ, ਉਹਨਾਂ ਦੇ ਕੋਲੋਂ ਇਹਨਾਂ ਦੀ ਸਪੈਸ਼ਲ ਨਾ ਹੁੰਦੀ ਹੈ ਮੀਟ ਵਾਲਾ ਵੰਡਾ ਹੁੰਦਾ, ਉਹ ਹੀ ਮੰਗਵਾਈਦਾ ਤੋਂ ਤਿਆਰ ਕਰੀ। ਉਹ ਮਤਲਬ ਤਿਆਰ ਹੋਇਆ ਮਿਲਦਾ ਉਹ ਇਹਨਾਂ ਨੂੰ ਪਾਈਦਾ, ਖੁਦ ਨਹੀਂ ਕੀਤਾ ਤਿਆਰ ਹੋਇਆ ਤੱਕ। ਠੀਕ ਹੈ। ਮਾਸ਼ਾਅੱਲਾ ਚੀਮਾ ਸਾਹਿਬ ਤੁਸੀਂ ਬੜੀ ਸੋਹਣੀ ਤੇ ਕੀਮਤੀ ਇਨਫੋਰਮੇਸ਼ਨ ਦੇ ਰਹੇ ਹੋ। ਦੋਸਤਾਂ ਨੂੰ ਇਹ ਦੱਸੋ ਜਿਹੜੇ ਜਾਨਵਰ ਤੁਸੀਂ ਪਹਿਲੇ ਫਲਾਗ 'ਚ ਖਰੀਦੇ ਹਨ ਉਹਨਾਂ ਦੀਆਂ ਕੋਈ ਨਿਸ਼ਾਨੀਆਂ ਦੱਸਣੀਆਂ ਨੇ ਕਿ ਜਿਹੜੇ ਜਾਨਵਰ ਚੰਗੀ ਗਰੋਥ ਕਰਦੇ ਨੇ ਉਹ ਆਮ ਆਦਮੀ ਨੂੰ ਕਿੰਜ ਅੰਦਾਜ਼ਾ ਹੁੰਦਾ ਹੈ ਕਿ ਇਹ ਜਿਹੜਾ ਕੱਟਾ ਹੈ, ਇਹ ਜਿਹੜਾ ਜਾਨਵਰ ਹੈ ਕੱਲ੍ਹ ਨੂੰ ਉਹਦੀ ਗਰੋਥ ਅੱਛੀ ਹੋਏਗੀ? ਉਹ ਜਾਨਵਰ ਉਹਨਾਂ ਇੱਕ ਅੰਦਰ ਟੁਰ ਗਿਆ ਜਿਹੜੇ ਜਾਨਵਰ ਦੇ ਜਿਸਮ ਦੇ ਅੰਦਰ ਲਚਕ ਹੁੰਦੀ ਹੈ ਨਾ, ਯਾਨੀ ਕਿ ਕੱਸੇ ਨਾ ਹੋਵੇ ਵਜੂਦ ਉਹਦਾ, ਥੋੜਾ ਜਿਹਾ ਨਾ ਢਿੱਲਾ ਢਿੱਲਾ ਹੋਇਆ ਵਜੂਦ, ਉਹ ਡੈਫੀਨੇਟਲੀ ਜਿਹੜਾ ਹੈ ਨਾ ਵੱਧਦਾ ਹੀ ਵੱਧਦਾ। ਬਾਕੀ ਜਿਹੜਾ ਬੰਦਾ ਇਸ ਫੀਲਡ 'ਚ ਵੜਦਾ ਨਾ ਉਹਨਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਇਹ ਜਾਨਵਰ ਗਰੋਥ ਵਾਲਾ ਹੈ ਜਾਂ ਨਹੀਂ ਹੈ, ਕਿਉਂਕਿ ਜਿੰਨੇ ਇਹ ਕੰਮ ਕਰਨਾ ਫਸਟ ਟਾਈਮ ਤਾਂ ਨਹੀਂ, ਥੋੜੇ ਬਹੁਤੇ ਜਾਨਵਰ ਉਹਨੇ ਰੱਖੇ ਹੋਣਗੇ ਆਫਿਸ 'ਚ ਉੱਠ ਕੇ ਤੇ ਆ ਕੇ ਨਹੀਂ ਕੱਟਿਆਂ ਦੇ ਕੰਮ 'ਚ ਵੜ ਜਾਣਾ ਉਹਨੇ, ਉਹ ਪਤਾ ਲੱਗ ਜਾਂਦਾ ਕਿ ਇਹ ਜਾਨਵਰ ਜਿਹੜਾ ਗਰੋਥ ਵਾਲਾ ਤੇ ਇਹ ਜਾਨਵਰ ਨਹੀਂ ਗਰੋਥ ਵਾਲਾ। ਵੈਸੇ ਥੋੜਾ ਲਚਕ 'ਚ ਹੋਵੇ ਨਾ ਅਗਰ ਜਾਨਵਰ ਤੇ ਕੱਦ ਸ਼ੱਦ ਠੀਕ ਹੋਵੇ, ਕੱਦ ਅਗਰ ਜਾਨਵਰ ਦਾ ਨਿਕਲਿਆ ਹੋਵੇ ਕਮਜ਼ੋਰ ਵੀ ਹੋਵੇ ਉਹਨੂੰ ਸਿਰਫ ਤੁਸੀਂ ਭਰ ਛੜੋ ਤੇ ਪ੍ਰੋਫਿਟ ਦੇ ਸਕਦਾ। ਠੀਕ ਹੈ। ਤੇ ਸਰ ਇਹ ਜਿਹੜੇ ਜਾਨਵਰ ਤੁਸੀਂ ਖਰੀਦਦੇ ਹੋ ਕਿਸੇ ਮੰਡੀ 'ਚ ਲੈਂਦੇ ਹੋ ਜਾਂ ਕਿ ਆਪਣੇ ਇਲਾਕੇ 'ਚ ਫੇਰ ਟੁਰ ਕੇ ਲੈਂਦੇ ਹੋ? ਹਾਂ ਟੋਟਲੀ ਮੰਡੀ ਤੋਂ ਲੈਣੇ ਜਾਨਵਰ ਆ, ਇੱਥੋਂ ਉਹਨਾਂ ਦਾ ਆਪਣੇ ਇਲਾਕੇ 'ਚ ਕੋਈ ਨਹੀਂ, ਕਿਉਂਕਿ ਅਸੀਂ ਟਾਈਮ ਹੁੰਦਾ ਜ਼ਰਾ ਇਸ ਤਰ੍ਹਾਂ ਦਾ ਕਿ ਇਕੱਠੇ ਜਾਨਵਰ ਖਰੀਦੇ ਜਾਣ 40 50 ਜਾਂ 20। ਇਹ ਅਸਾਂ ਪਿਛਲਾ ਜਿਹੜਾ ਫਲਾਗ ਖਰੀਦਿਆ ਸੀ ਉਹ 2 ਵਾਰੀ ਕਰਕੇ 20 ਇੱਕ ਵਾਰੀ ਤੇ ਫਿਰ 35 ਇੱਕ ਵਾਰੀ 50 ਕੀਤੇ ਸਨ। ਇਹ ਵਾਲਾ ਹੁਣ ਇੱਕ ਜਿਹੜਾ ਨਾ ਫਲਾਗ ਹੈ 20 ਫੇਰ ਲੈ ਕੇ ਆਏ। ਤੇ ਸਰ ਤੁਸੀਂ ਕਿਸ ਮੰਡੀ 'ਚ ਜਾਂਦੇ ਹੋ ਤੇ ਉਹ ਮੰਡੀ ਦਾ ਤੁਹਾਡਾ ਤਜਰਬਾ ਕਿਹਦਾ ਰਿਹਾ? ਅਸੀਂ ਆ ਗੁਜਰਾਤ ਮੰਡੀ ਜਾਂਦੇ ਹਾਂ। ਇਹਦਾ ਜਿਹੜਾ ਹੈ ਨਾ ਐਕਸਪੀਰੀਅੰਸ ਠੀਕ ਹੈ। ਇਹਦਾ ਹੁਣ ਜਾਨਵਰ ਸਗੋਂ ਮਜ਼ੀਦ ਜਿਹੜੇ ਨਾ ਸਸਤੇ ਹੋਏ ਨੇ ਇਸ ਟਾਈਮ ਜਿਹੜੀ ਕੰਡੀਸ਼ਨ ਜਾ ਰਹੀ ਹੈ ਮੰਡੀ ਦੀ ਡਾਊਨ ਨੇ, ਉਹਦੇ ਵਿੱਚ ਜਾਨਵਰ ਜਿਹੜੇ ਸਸਤੇ ਮਿਲਦੇ। ਇਹ ਥੋੜੇ ਮਹਿੰਗੇ ਹੁੰਦੇ ਨੇ ਜਾ ਕੇ ਤਕਰੀਬਨ ਜਦੋਂ ਰਮਜ਼ਾਨ ਹੁੰਦਾ ਹੈ ਨਾ, ਰਮਜ਼ਾਨ ਛੋਟੀ ਤੇ ਵੱਡੀ ਦੇ ਦਰਮਿਆਨ ਜਿਹੜੀ ਪਰਚੇਜ਼ਿੰਗ ਮਹਿੰਗੀ ਪਰਚੇਜ਼ਿੰਗ ਹੁੰਦੀ ਹੈ, ਅਗਰ ਉਦੋਂ ਪਹਿਲਾਂ ਕਰ ਲਓ, ਰਮਜ਼ਾਨ ਤੋਂ 1 ਮਹੀਨਾ ਪਹਿਲਾਂ ਕਰ ਲਓ ਜਾਂ ਵੱਡੀ ਤੋਂ ਬਾਅਦ ਕਰ ਲਓ, ਉਹ ਠੀਕ ਹੈ ਪਰਚੇਜ਼ਿੰਗ ਵਾਸਤੇ ਆ ਜਿਹੜਾ। ਤੇ ਚੀਮਾ ਸਾਹਿਬ ਕੀ ਵਜ੍ਹਾ ਅੱਜ ਕੱਲ੍ਹ ਸਰਦੀ ਹੈ ਉਸ ਵਜ੍ਹਾ ਤੋਂ ਜਾਨਵਰਾਂ ਦਾ ਰੇਟ ਕਮ ਹੋਇਆ ਜਾਂ ਕੋਈ ਹੋਰ ਵਜ੍ਹਾ? ਹਾਂਜੀ ਸਰਦੀ ਦੀ ਵਜ੍ਹਾ ਤੋਂ ਘੱਟ ਹੋਇਆ ਨਾ, ਕਿਉਂਕਿ ਇਹ ਜਾਨਵਰ ਜਿਹੜਾ ਨਾ ਸਰਦੀ ਜਾਂ ਤੇ ਡਾਇਰੈਕਟ ਕਸਾਈ ਲਏਗਾ। ਅਸੀਂ ਤਾਂ ਹੁਣ ਇੱਕ ਸਰਕਲ ਚਲਾਏ ਆ ਨਾ, ਯਾਨੀ ਕਿ ਉਹ ਖਰਚੇ ਚੱਲ ਰਹੇ ਨੇ ਸਾਰੇ, ਉਹਨੂੰ ਸਿਰਫ ਮੇਨਟੇਨ ਕਰਨ ਵਾਸਤੇ ਜਾਨਵਰ ਰੱਖਣੇ ਜ਼ਰੂਰੀ ਨੇ, ਕਿਉਂਕਿ ਬੰਦਿਆਂ ਦੀ ਤਨਖਾਹ ਹੈ, ਇਲੈਕਟ੍ਰਿਸਿਟੀ ਦਾ ਇਹ ਉਹ ਸਾਰਾ। ਇਹ ਵੇ ਕਿ ਸਰਦੀ ਦੇ ਵਿੱਚ ਇਹਨੂੰ ਰੱਖਣ ਦਾ ਨੁਕਸਾਨ ਕੋਈ ਨਹੀਂ। ਇਹ ਵੇ ਕਿ ਜਿੰਨਾ ਤੁਹਾਡਾ ਖਰਚਾ ਨਾ, ਜਿੰਨੀ ਕਾਸਟ ਹੈ, ਇਹਨੇ ਉਨੀ ਕੋਈ ਗਰੋਥ ਕਰਨੀ ਹੈ, ਪ੍ਰੋਫਿਟ ਥੋੜਾ ਘੱਟ ਦੇਗਾ। ਇਹ ਵੇ ਕਰਦਾ ਸਹੀ ਹੈ ਗਰੋਥ ਪਰ ਉਨੀ ਨਹੀਂ ਕਰਦਾ। ਯਾਨੀ ਕਿ ਫਾਰ ਐਗਜ਼ਾਮਪਲ ਉਹ 3 ਮਾਹ ਦੇ ਵਿੱਚ ਐਵਰੇਜ 7 ਦੇ ਹੈਗੇ ਨੇ, ਇਹ ਦਿਲ ਕੇ 3 ਮਾਹ ਦੇ ਵਿੱਚ ਐਵਰੇਜ 3-4 ਤੱਕ ਜਾਏ। ਉਹ ਇਸ ਲਈ ਲੋਕ ਥੋੜਾ ਇਜਤਨਾਬ ਕਰਦੇ ਨੇ, ਇੱਕ ਇਹ ਚੀਜ਼ ਹੁੰਦੀ ਹੈ। ਦੂਸਰਾ ਅਗਰ ਮਤਲਬ ਇਹਨਾਂ ਨੂੰ ਪਤਾ ਜੀ ਸਰਦੀ ਦੇ ਵਿੱਚ ਅੰਦਰ ਢੱਕਣ ਛੱਕਣ ਦਾ ਵੀ ਮਸਲਾ ਹੁੰਦਾ ਹੈ, ਉਹ ਇਸ ਵਜ੍ਹਾ ਤੋਂ ਲੋਕ ਜ਼ਰਾ ਘੱਟ ਖਰੀਦਦੇ ਨੇ। ਤੇ ਖਾਸ ਤੌਰ 'ਤੇ ਛੋਟਾ ਜਾਨਵਰ ਲੋਕ ਮਤਲਬ ਇਹਦੇ ਵੀ ਨੇ ਕਿ ਇਹਨਾਂ ਨੂੰ ਦੁੱਧ ਛੋਟ ਲੋਕ ਛੱਡਦੇ ਨਹੀਂ ਏਡਾ, ਉਹ ਫਿਰ ਲੋਕ ਘੱਟ ਖਰੀਦਦੇ ਨੇ ਕਿ ਸਰਦੀ ਦੇ ਵਿੱਚ ਐਵੇਂ ਕਿਤੇ ਮਾਰ ਨਾ ਜਾਏਗੀ। ਮਤਲਬ ਜਿਸ ਤਰ੍ਹਾਂ ਦੀ ਕੰਡੀਸ਼ਨ ਚੱਲ ਰਹੀ ਹੈ ਮੈਦਾਨੀ ਇਲਾਕਾ ਸਾਡੇ ਤੋਂ ਕਾਫੀ ਸਰਦੀ ਪੈਂਦੀ ਹੈ ਤੇ ਥੋੜੀ ਨਹੀਂ ਪੈਂਦੀ। ਜੀ ਜੀ, ਯਾਨੀ ਕਿ ਚੀਮਾ ਸਾਹਿਬ ਸਰਦੀ 'ਚ ਫਿਰ ਇਹਨਾਂ ਦੀ ਗਰੋਥ ਕਮ ਹੈ ਤੇ ਫਿਰ ਕਿ ਗਰਮੀ ਦਾ ਮੌਸਮ ਜਾਂ ਕਿਹੜੇ ਐਸੇ ਮਹੀਨੇ ਨੇ ਜਦੋਂ ਉਹਨਾਂ ਦੀ ਗਰੋਥ ਜ਼ਿਆਦਾ ਹੁੰਦੀ ਹੈ? ਗਰੋਥ ਇਹ ਜਿਹਨਾਂ ਨਾ ਹੁਣ ਮਾਰਚ ਅਪ੍ਰੈਲ ਇਹ ਵੈਸੇ ਸਾਰੇ ਯਾਨੀ ਕਿ ਟੋਟਲੀ ਇਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈ। ਸਿਰਫ ਜਿਹੜਾ ਨਾ ਦਸੰਬਰ ਜਨਵਰੀ ਇਹ 2 ਮਾਹ ਜਿਹੜੇ ਨਾ ਥੋੜੇ ਜ਼ਰਾ ਮੈਂ ਨਾ ਕਿ ਅਗਰ ਨਵਾਂ ਕੋ ਬੰਦਾ ਨਾ ਤਾਂ ਉਹ ਇਹ 2 ਮਹੀਨੇ ਕੰਮ ਕਰੇ ਹੀ ਨਾ। ਜੀ ਜੀ ਠੀਕ ਹੈ ਨਾ, ਯਾਨੀ ਕਿ 10 ਮਾਹ ਕੰਮ ਕਰ ਲਏ, 2 ਫਲਾ ਕਰ ਲਏ, 4-4 ਮਾਹ ਦੇ 1 ਮਾਹ ਪਰਚੇਜ਼ਿੰਗ ਤੇ ਅੱਗੋਂ ਸੈਲਿੰਗ 'ਚ ਵੀ ਲੱਗ ਜਾਂਦਾ। ਉਹ 2 ਫਲਾ ਕਰ ਲਿਆ, 2 ਮਾਹ ਦਾ ਇਜਤਨਾਬ ਕਰੇ ਦਸੰਬਰ ਤੇ ਜਨਵਰੀ। ਜ਼ਬਰਦਸਤ, ਸੋਹਣੀ ਸਰ ਗੱਲ ਤੁਸੀਂ ਕੀਤੀ ਹੈ। ਯਾਨੀ ਕਿ ਸਰਦੀ ਦੀ ਸ਼ਿੱਦਤ ਜ਼ਿਆਦਾ ਹੁੰਦੀ ਹੈ ਤੇ ਨਵੇਂ ਬੰਦੇ ਨੂੰ ਪਰੇਸ਼ਾਨੀ ਹੋਏਗੀ। ਜਾਨਵਰ ਛੋਟਾ ਨਾ ਬਰਦਾਸ਼ਤ ਨਹੀਂ ਕਰ ਸਕਦਾ। ਅਗਰ ਤੁਹਾਡੇ ਕੋਲ ਯਾਨੀ ਕਿ ਹੁਣ ਅਸੀਂ ਇਹਨਾਂ ਨੂੰ ਵੰਡਾ ਪਾ ਕੇ ਨਾ, ਵੰਡਾ ਪਾ ਕੇ ਹਾਲਾਂਕਿ ਬੜਾ ਮਹਿੰਗਾ ਵੰਡਾ 1700 ਦਾ ਥੋੜਾ ਇੱਕ ਵੰਡਾ ਪਾ ਕੇ ਤੇ ਸਿਰਫ ਇਹਨਾਂ ਨੂੰ ਨਾ ਯਾਨੀ ਕਿ ਮੇਨਟੇਨ ਕਰ ਰਹੇ ਹਾਂ ਕਿ ਸਰਦੀ ਤੋਂ ਬਚੇ ਰਹਿਣ। ਠੀਕ ਹੈ। ਹਾਂਜੀ, ਤੇ ਉਹ ਵੇਖੋ ਅਗਰ ਉਹਦੀ ਕਾਸਟ ਵਿੱਚ ਐਡ ਕਰੀਏ ਤਾਂ ਹੋ ਸਕਦਾ ਪ੍ਰੋਫਿਟ ਨਾ ਹੀ ਦੇਣ। ਇਹ ਗੱਲ ਇਸ ਵਜ੍ਹਾ 2 ਮਾਹ ਸਿਰਫ ਦਸੰਬਰ ਜਨਵਰੀ ਜਿਹੜਾ ਨਾ ਉਹਦੇ 'ਚ ਨਾ ਜਾਨਵਰ ਪਾਓ, ਅੱਗੂ ਜਿਹੜਾ 10 ਮਾਹ ਜਿਹੜੇ ਮੁਸਲਸਲ ਕੰਮ ਕਰੋ। ਠੀਕ ਹੈ। ਚੀਮਾ ਸਾਹਿਬ ਮਾਸ਼ਾਅੱਲਾ ਤੁਸੀਂ ਦੱਸਿਆ ਕਿ ਪਹਿਲਾ ਫਲਾਗ ਤੁਸੀਂ ਸਾਇਲ ਜੁੱਤੇ ਤਿਆਰ ਕੀਤਾ ਹੈ, ਯਾਨੀ ਕਿ ਨਾ ਕੋਈ ਵੰਡਾ ਪਾਇਆ ਨਾ ਕੋਈ ਹੋਰ ਚੀਜ਼ ਪਾਈ ਹੈ ਤੇ ਬੜਾ ਅੱਛਾ ਤੁਹਾਡਾ ਉਹ ਇਕਦਾਮ ਹੈ। ਤੇ ਇਹ ਦੱਸੋ ਕਿ ਇਹਨਾਂ ਨੂੰ ਕੋਈ ਡਿਵਰਮਿੰਗ ਵੀ ਕਰਾਉਂਦੇ ਹੋ ਜਾਂ ਕਿ ਕੋਈ ਦੇਸੀ ਚੀਜ਼ ਦਿੰਦੇ ਹੋ? ਨਹੀਂ ਡਿਵਰਮਿੰਗ ਹੀ ਕਰਾਈ ਦੀ ਹੈ ਪ੍ਰੋਪਰ। ਉਹ ਇੱਥੇ ਗੌਰਮੈਂਟ ਦੇ ਹੀ ਡਾਕਟਰ ਨੇ ਹੁਣ ਤੇ, ਯਾਨੀ ਕਿ ਕੋਈ ਰਿਸ਼ਵਤ ਨਹੀਂ ਲੈਂਦੇ, ਕੋਈ ਚੱਕਰ ਨਹੀਂ ਆ। ਖੁਦ ਆ ਕੇ ਇਵਨ ਸਾਡੇ ਜਾਨਵਰਾਂ ਨੂੰ ਡਾਕਟਰ ਹੈ, ਇੱਕ ਜਾਨਵਰ ਨੂੰ ਫੜ ਕੇ ਉਹਨੇ ਘੁੱਲ ਕੇ ਆਪੀ ਡਿਵਰਮਿੰਗ ਕੀਤੀ। ਤੇ 2 ਵਾਰੀ ਅਸਾਂ ਉਹਨਾਂ ਨੂੰ ਕੀਤੀ ਸੀ। ਉਹ ਰੱਖੇ ਸਾਂ ਤਕਰੀਬਨ ਕੋਈ 4 ਕੁ ਮਾਹ ਤੇ 3 ਮਾਹ ਬਾਅਦ ਇਹਨਾਂ ਦੀ ਡਿਵਰਮਿੰਗ ਜਿਹੜੀ ਇੱਕ ਵਾਰੀ ਜਦੋਂ ਆਉਂਦੇ ਨੇ ਨਾ, ਆਉਂਦਿਆਂ ਸਾਰ ਨਹੀਂ 2-3 ਦਿਨ ਖਲੋ ਕੇ ਕਰੋ, ਕਿਉਂਕਿ ਆਉਂਦਿਆਂ ਸਾਰ ਜਾਨਵਰ ਨੂੰ ਦੂਸਰੇ ਦਿਨ ਹੀ ਕਰ ਛੜੀ। ਤੇ ਕਈ ਜਾਨਵਰਾਂ ਦਾ ਕੋਈ ਪਿੱਛੋਂ ਜਿਹੜਾ
ਉਹ ਪੱਠੇ ਛੜੇ ਦਾ ਫਰਕ ਲੱਗ ਜਾਂਦਾ, ਉਹ ਮਰ ਵੀ ਜਾਂਦੇ ਨੇ ਡਿਵਰਮਿੰਗ ਦੀ ਵਜ੍ਹਾ ਤੋਂ ਵੀ। ਠੀਕ ਹੈ। ਤੇ ਇਸ ਲਈ ਯਾਨੀ ਕਿ ਤੁਸੀਂ ਫਾਰ ਐਗਜ਼ਾਮਪਲ ਅੱਜ ਆਉਂਦੇ ਨਾ ਸੰਡੇ ਵੇ, ਤੇ ਤੁਸੀਂ ਉਹਨਾਂ ਦੀ ਯਾਨੀ ਕਿ ਵੈਨਸਡੇ ਜਾਂ ਥਰਸਡੇ ਵਾਲੇ ਦਿਨ ਡਿਵਰਮਿੰਗ ਕਰ ਛੜੋ। ਉਸ ਤੋਂ ਬਾਅਦ 3 ਮਾਹ ਬਾਅਦ ਲਾਜ਼ਮੀ ਕਰਨੀ ਚਾਹੀਦੀ ਹੈ ਅਗਰ ਤੁਸੀਂ ਲੰਬਾ ਰੱਖਦੇ ਹੋ। ਵੈਸੇ ਤਾਂ ਲੋਕ 3 ਮਾਹ ਹੀ ਰੱਖਦੇ ਨੇ, ਅਗਰ ਜ਼ਿਆਦਾ ਰੱਖਣਾ ਚਾਹੁੰਦੇ ਤੁਸੀਂ 5 ਮਾਹ ਤੇ 3 ਮਾਹ ਬਾਅਦ ਇੱਕ ਵਾਰੀ ਫੇਰ ਕਰ ਛੜੋ। ਠੀਕ ਹੈ। ਹਾਂਜੀ। ਤੇ ਚੀਮਾ ਸਾਹਿਬ ਜਿਹੜੇ ਜਾਨਵਰ ਤੁਸੀਂ ਪਹਿਲੇ ਫਲਾਗ 'ਚ ਸੇਲ ਕੀਤੇ ਨੇ ਸਾਰਿਆਂ ਨੇ ਗਰੋਥ ਕੀਤੀ ਸੀ ਕਿ ਜਾਂ ਕੋਈ ਐਸੇ ਵੀ ਹਨ ਜਿਨ੍ਹਾਂ ਨੇ ਗਰੋਥ ਨਹੀਂ ਕੀਤੀ? ਨਹੀਂ ਹੈ ਸਨ ਐਸੇ ਵਿੱਚ ਕੋਈ ਨਾ ਤਕਰੀਬਨ 3-4 ਜਾਨਵਰ ਸਨ ਜਿਹਨਾਂ ਨਾਲ ਗਰੋਥ, ਬਲਕਿ ਇੱਕ ਜਾਨਵਰ ਸਾਡਾ ਜਿਹੜਾ ਨਾ ਮਰ ਵੀ ਗਿਆ ਸੀ। ਉਹਦੀ ਰੀਜ਼ਨ ਹੀ ਸਿਰਫ ਇਹ ਵੇ ਹੁੰਦੀ ਕਿ ਜਿਹੜਾ ਜਾਨਵਰ ਹੁੰਦਾ ਨਾ ਯਾਨੀ ਕਿ ਬਿਲਕੁਲ ਖਰੀਦਾਰੀ ਦੇ ਵਿੱਚ ਵੇਖਿਆ ਜਾਂਦਾ ਕਿ ਉਹ ਕਈ ਵਾਰੀ ਬੰਦਾ ਖਰੀਦਦਾ ਨਾ ਜਦੋਂ 10-12 ਇਕੱਠੇ, ਉਹ ਫਿਰ ਬੰਦਾ ਆਉਂਦਾ ਚੁੱਕੋ ਸਾਰੇ ਦੇ ਵਿੱਚ ਚੁੱਕੋ ਜਾਨਵਰ ਉਸੇ ਟਾਈਮ ਹੀ ਉਸ ਕੰਡੀਸ਼ਨ, ਉਹਨਾਂ ਦੀ ਏਜ ਬੜੀ ਜ਼ਿਆਦਾ ਹੁੰਦੀ ਤੇ ਕ੍ਰਿਟੀਕਲ ਕੰਡੀਸ਼ਨ ਤੇ ਆਪਣੇ ਹੁੰਦੇ ਨੇ ਯਾਨੀ ਕਿ ਵੈਂਟੀਲੇਟਰ ਤੇ ਪਏ ਹੁੰਦੇ ਨੇ, ਉਹ ਫਿਰ ਤੁਹਾਡੇ ਕੋਲ ਵੀ ਲਿਆ ਕੇ ਉਹਨਾਂ ਮਰਨਾ ਹੀ ਹੁੰਦਾ। ਠੀਕ ਹੈ ਨਾ, ਮਤਲਬ ਕਿੰਨਾ ਕੁ ਗਰੋਥ, ਜਦੋਂ ਉਹਨੇ ਦੁੱਧ ਹੀ ਨਹੀਂ ਪੀਤਾ, ਉਹਦੀ ਉਮਰ ਹੁਣ 2 ਸਾਲ ਦਾ ਜਾਨਵਰ ਬਿਲਕੁਲ ਛੋਟਾ ਜਿਹਾ ਹੋਵੇਗਾ, ਉਹਨੇ ਦੁੱਧ ਹੀ ਨਹੀਂ ਪੀਤਾ, ਉਹਨੇ ਮਰਨਾ ਹੀ ਮਰਨਾ। ਇਸ ਲਈ ਇੱਕ ਇਹ ਵੀ ਹੈ ਕਿ ਮੰਡੀ ਦੇ ਵਿੱਚ ਜਦੋਂ ਪਰਚੇਜ਼ਿੰਗ ਕਰਦੇ ਨਾ ਅਗਰ ਕੋਈ ਬੰਦਾ ਤੇ ਕਦੇ ਵੀ ਇਕੱਠੀ ਖੁਰਲੀ ਦਾ ਸੌਦਾ ਨਾ ਕਰੇ, ਯਾਨੀ ਕਿ 10 ਜਾਂ 12 ਬੱਚੇ ਨੇ ਨਾ, ਉਹ ਫਿਰ ਜਦੋਂ ਤੁਸੀਂ ਚੁੱਕਣੇ ਨੇ ਫਿਰ ਬਿਮਾਰ ਹੈ ਅਗਰ ਕੋਈ ਵਿੱਚ ਜਾਨਵਰ ਜਾਂ ਕੋਈ ਜਾਨਵਰ ਜਿਹੜਾ ਉਹ ਮਤਲਬ ਕਮਜ਼ੋਰ ਹੈ, ਤੁਹਾਨੂੰ ਚੁੱਕਣਾ ਪੈਣਾ। ਇੱਕ 2 ਕਰਕੇ ਖਰੀਦ ਲਓ ਬਿਹਤਰ ਹੈ, ਉਹ ਜਿਹੜਾ ਨਾ ਯਾਨੀ ਕਿ ਗਰੋਥ ਵਾਲਾ ਜਾਨਵਰ ਉਹ ਹੋਏਗਾ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਚੀਮਾ ਸਾਹਿਬ ਦਿਲ ਖੁਸ਼ ਕੀਤਾ ਜੇ, ਬੜੀ ਸੋਹਣੀ ਇਨਫੋਰਮੇਸ਼ਨ ਦਿੱਤੀ ਜੇ। ਆਖਰੀ ਸਵਾਲ ਹੈ, ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਜਾਂ ਕੋਈ ਐਸਾ ਸਵਾਲ ਜਿਹੜਾ ਰਹਿ ਗਿਆ ਮੈਂ ਨਹੀਂ ਪੁੱਛਿਆ? ਮਸ਼ਵਰਾ ਉਹਨਾਂ ਨੂੰ ਇਹ ਹੈ ਕਿ ਅਗਰ ਕੋਈ ਬੰਦੇ ਕੋਲ ਥੋੜੀ ਬਹੁਤ ਇਨਵੈਸਟਮੈਂਟ ਹੈ ਨਾ, ਅਗਰ ਕੋਈ ਬੰਦੇ ਕੋਸ਼ਿਸ਼ ਕਰਦੇ ਨੇ ਬਾਹਰ ਜਾਣ ਦੀ ਜਾਂ ਦੁੱਧ ਦਾ ਕੰਮ ਮੁਸ਼ਕਲ ਹੈ, ਹੁਣ ਇੱਕ ਬੰਦਾ ਸੀ ਸਿਰਫ, ਕਈ ਵਾਰੀ ਉਹ ਵੀ ਅੱਗੇ ਪਿੱਛੇ ਹੁੰਦਾ ਸੀ, ਮੈਂ ਇੱਥੇ ਹੁਣ 50 ਕੱਟੇ ਇੱਕ ਬੰਦਾ ਸਾਂਭਦਾ ਰਿਹਾ, ਖੁੱਲੇ ਰਹਿੰਦੇ ਨੇ, ਪਾਣੀ ਇਹਨਾਂ ਆਪ ਪੀ ਲੈਣਾ, ਪੱਠੇ ਯਾਨੀ ਕਿ ਸਾਇਲੇਜ ਉਹਨੇ ਸੁਬਾਹ ਪਾ ਛੱਡਣਾ, ਸ਼ਾਮ ਨੂੰ ਪਾ ਛੱਡਣਾ, ਟਰੈਕਟਰ ਦੇ ਨਾਲ ਕਰਾ ਦੇ ਨਾਲ ਯਾਨੀ ਕਿ ਥੱਲੋਂ ਸਫਾਈ ਕਰ ਛੱਡਦਾ ਸੀ ਸਾਰੀ। ਤੇ ਮਸ਼ਵਰਾ ਇਹ ਹੈ ਕਿ ਦੁੱਧ ਦਾ ਕੰਮ ਜਿਹੜਾ ਥੋੜਾ ਮੁਸ਼ਕਲ ਹੈ ਕਿ ਸਾਡਾ ਇੱਥੇ ਯਾਨੀ ਕਿ ਮੱਝਾਂ ਦਾ ਜਿਹੜਾ ਉਹ ਪਤਾ ਜੇ ਦੁੱਧ ਹੀ ਕਿੰਨਾ ਜ਼ਲੀਲ ਕਰ ਛੱਡਦੇ ਨੇ ਲੋਕਾਂ ਨੂੰ। ਅਗਰ ਕੋਈ ਨਵਾਂ ਬੰਦਾ ਇਸ ਕੰਮ 'ਚ ਵੜਨਾ ਚਾਹੁੰਦਾ ਤੇ ਇੱਕ ਅਗਰ ਮੱਝ ਉਹ ਖਰੀਦਦਾ ਨਾ, ਉਸ ਮੱਝ ਦੀਆਂ ਉਹ 8 ਜਿਹੜੇ ਨਾ ਕੱਟੇ, ਅਗਰ 8 ਕੱਟੇ ਉਹ ਸਾਲ ਦੇ ਵਿੱਚ 3 ਵਾਰੀ ਵੀ ਕਰ ਛੜੇ ਨਾ, ਤੇ ਇੱਕ ਮੱਝ ਮੈਕਸਿਮਮ ਬੜੀ ਤੋਂ ਅੱਛੀ ਵੀ ਜਿਹੜੀ ਹੈ ਨਾ ਉਹ ਸਾਲ 'ਚ ਪ੍ਰੋਫਿਟ ਦਿੰਦੀ 80 ਤੋਂ 90 ਹਜ਼ਾਰ ਰੁਪਇਆ। ਉਹਦੇ ਅਗਰ ਉਹ 8 ਕੱਟੇ ਜਿਹੜੇ ਨੇ ਉਹ 10-10 ਹਜ਼ਾਰ ਰੁਪਇਆ ਵੀ ਉਹ 3 ਵਾਰੀ ਕਰ ਲੈਣਾ ਤਾਂ 1.5 ਲੱਖ ਦੇ ਰਾਊਂਡ ਅਬਾਊਟ ਉਹਦਾ ਪ੍ਰੋਫਿਟ ਹੋ ਜਾਏਗਾ। ਇੱਕ ਮੱਝ ਦਾ ਇੱਕ ਪਾਸੇ ਤੇ 1.5 ਲੱਖ ਰੁਪਇਆ ਇੱਕ ਪਾਸੇ। ਉਹ ਇਹ ਵੇ ਕਿ ਇਹਦੇ 'ਚ ਵੇਖਣਾ ਤੁਸੀਂ ਐਵੇਂ ਕਿ ਉਹਦੀ ਕਾਸਟ ਸਾਲ ਦੇ ਵਿੱਚ ਕਿੰਨੀ ਵਾਰੀ ਡਬਲ ਹੁੰਦੀ ਹੈ ਬਈ। ਠੀਕ ਹੈ ਨਾ, ਹੁਣ 2 ਲੱਖ ਦੀ ਮੱਝ ਜਿਹੜੀ ਉਹਨੇ ਸਾਲ ਦੇ ਵਿੱਚ ਮੈਕਸਿਮਮ 80-90 ਹਜ਼ਾਰ ਰੁਪਏ ਦਾ ਦੁੱਧ ਸੇਲ ਹੋ ਜਾਂਦਾ, ਪਿੱਛੇ ਜਾ ਸ਼ਾ ਪਾ ਕੇ ਲੱਖ ਰੁਪਇਆ ਕਰ ਲਓ, ਤੇ ਅਗਰ 25,000 ਦੇ ਕੱਟੇ ਖਰੀਦਦਾ ਤਾਂ 8 ਕੱਟੇ ਆ ਜਾਣਗੇ, ਉਹ 10,000 ਰੁਪਇਆ ਪ੍ਰੋਫਿਟ ਦੇ ਦੇਣਾ, 80,000 ਹੋ ਗਿਆ। ਫਿਰ ਉਹ ਦੂਸਰੀ ਵਾਰੀ ਕਰਦਾ, ਤੀਸਰੀ ਵਾਰੀ, ਸਾਲ ਦੇ ਵਿੱਚ 3 ਵਾਰੀ ਵੀ ਅਗਰ ਕਰਦਾ ਹੈ ਨਾ, ਉਹ ਤਕਰੀਬਨ ਉਹ ਬੰਦਾ ਜਿਹੜਾ 2 ਲੱਖ ਦੇ ਅੱਗੇ ਪਿੱਛੇ ਇਨਕਮ ਜਿਹੜੀ ਉਹਦੀ ਹੋ ਜਾਏਗੀ ਆਰਾਮ ਦੇ ਨਾਲ। ਜ਼ਿੰਦਾਬਾਦ ਜੀ ਜ਼ਿੰਦਾਬਾਦ। ਸਰ ਬੜੀ ਸੋਹਣੀ ਤੁਸੀਂ ਵੰਡ ਕੱਢੀ ਏ। ਜਿਹੜੇ ਦੋਸਤ ਜਨਾਬ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਭਾਈਅਰਾਂ ਦਾ ਰਾਬਤਾ ਨੰਬਰ 0321621718 WhatsApp ਹੀ ਹੈ ਇਹਦੇ ਤੇ? ਹਾਂਜੀ ਜੀ ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਏ। ਅੱਲਾ ਹਾਫਿਜ਼।